आज़ाद कैदी ਵੇਖਣ ਨੂੰ ਉਹ ਸੂਰਜ ਦੀ ਪਹਿਲੀ ਲੀਕ ਵਾਂਗ ਸਾਫ਼ ਸ਼ਫਾਫ ਤੇ ਫਰਿਸ਼ਤਿਆਂ ਵਾਂਗ ਮਾਸੂਮ ਨਜ਼ਰ ਆਉਂਦਾ ਸੀ। ਉਹਦੀਆਂ ਅੱਖਾਂ ਸੀਪ ਦੇ ਅੰਦਰ ਦੇ ਮੋਤੀ ਵਾਂਗ ਨਾਯਾਬ ਦਿਸਦੀਆਂ ਤੇ ਜਿੱਦਾਂ ਮੋਤੀ ਸੀਪ 'ਚੋਂ ਨਿਕਲਣ ਤੋਂ ਪਹਿਲਾਂ ਇਸ ਦੁਨੀਆ ਦੇ ਰੰਗਾਂ ਤੇ ਰੌਸ਼ਨੀਆਂ ਤੋਂ ਬਿਲਕੁਲ ਅਣਜਾਣ ਹੁੰਦਾ, ਇਸੇ ਤਰ੍ਹਾਂ ਉਹਦੀ ਵੇਖਣੀ ਸੀ। ਜ਼ਾਫਰਾਨ ਨੂੰ ਗੁਲਾਬ ਦੇ ਅਰਕ ਵਿੱਚ ਸੱਟੋ ਤਾਂ ਉਹਦੇ ਹੋਂਠਾਂ ਦਾ ਰੰਗ ਬਣਦਾ ਸੀ। ਚੁੱਪ ਰਵੇ ਤਾਂ ਹੁਸਨੇ ਯੂਸਫ ਯਾਦ ਆਵੇ। ਜੇ ਮੁਸਕਰਾ ਦੇਵੇ ਤੇ ਆਸਮਾਨ ਦੇ ਕਾਲੇ ਬੱਦਲ ਆਪਣਾ ਸਾਰਾ ਜੋਸ਼ ਉਹਨਾਂ ਤੋਂ ਨਿਛਾਵਰ ਕਰ ਦੇ। ਨਾਲ ਖੜੋਵੇ ਤਾਂ ਬੰਦੇ ਨੂੰ ਇੱਦਾਂ ਲੱਗੇ ਪੂਰਾ ਜਹਾਨ ਉਹਦੇ ਨਾਵੇਂ ਲੱਗ ਗਿਆ। ਤਾਂ ਅੱਖਾਂ ਨੂੰ ਨਜ਼ਰ ਨਾ ਆਵੇ ਤਾਂ ਇੱਦਾਂ ਲੱਗੇ ਜਿੱਦਾਂ ਕੋਈ ਤੁਹਾਡੇ ਨਾਂ ਦੀ ਰਜਿਸਟਰੀ 'ਤੇ ਜਾਲੀ ਸਾਈਨ ਅੰਗੂਠੇ ਕਰਾ ਕੇ ਆਪਣੇ ਨਾਂ ਕਰਾ ਗਿਆ ਹੋਵੇ। ਤਾਂ ਤੁਸੀਂ ਬੌਂਤਰੇ ਫਿਰੋ। ਪਰ ਜਦੋਂ ਇੱਦਾਂ ਦੇ ਹਸੀਨ ਨਾਲ ਵਾਹ ਪੈਂਦਾ ਤਾਂ ਉਹਦੇ ਜ਼ੁਲਮ ਵੀ ਲਿਖਣ ਦੇ ਕਾਬਲ ਹੁੰਦੇ। ਗੱਲ ਸਾਰੀ ਅੱਖ ਦੇ ਹੁਸਨ ਦੀ ਹੈ ਜਿਹੜੀ ਚਮਾਰ ਨੂੰ ਵੀ ਸ਼ਹਿਜ਼ਾਦਾ ਗੁਲਫਾਮ ਬਣਾ ਦਿੰਦੀ। ਪਰ ਜਦੋਂ ਉਹੀ ਸ਼ਹਿਜ਼ਾਦਾ ਤੁਹਾਨੂੰ ਜੰਗਲ ਦੇ ਆਮ ਜਾਨਵਰਾਂ ਵਾਂਗ ਤੀਰ ਦੇ ਨਿਸ਼ਾਨੇ 'ਤੇ ਰੱਖਦਾ ਤਾਂ ਅੱਖਾਂ, ਦਿਲ, ਜਜ਼ਬਾਤ ਤਾਂ ਜਿਸਮ ਦਾ ਰੂਹਾਂ ਕੰਬ ਜਾਂਦਾ। ਮੌਤ ਤੋਂ ਪਹਿਲਾਂ ਮਰਨਾ ਕਿੱਦਾਂ ਦਾ ਹੁੰਦਾ ਉਸੇ ਵੇਲੇ ਪਤਾ ਲੱਗਦਾ। ਮੈਂ ਸੋਚਦੀ ਹਾਂ ਕਿ ਜੇ ਦੁੱਖ ਚੁੱਲ੍ਹਾ ਹੁੰਦੇ ਤਾਂ ਜ਼ਰੂਰ ਜਜ਼ਬਾਤ ਹੀ ਉਹਨਾਂ ਦਾ ਬਾਲਣ ਬਣਦੇ, ਤੇ ਜੇ ਹੰਝੂ ਮਿੱਟੀ ਦਾ ਤੇਲ ਜਿਹੜਾ ਪਾਓ ਤਾਂ ਭਾਂਬੜ ਮਚ ਜਾਵੇ। ਜੇ ਦੁੱਖ ਢਿੱਡ ਹੁੰਦੇ ਤਾਂ ਹਾੜੇ ਤੇ ਹਾਵਾਂ ਇਹਦੀ ਖੁਰਾਕ ਬਣਦੀਆਂ ਕਿ ਢਿੱਡ ਪਈ ਸ਼ੈ ਕੋਈ ਵੇਖ ਨਹੀਂ ਸਕਦਾ। ਜਿਹੜਾ ਖਾਂਦਾ ਉਹਨੂੰ ਹੀ ਪਤਾ ਹੁੰਦਾ ਕਿ ਉਹਨੇ ਕੀ, ਕਿੰਨਾ ਤੇ ਕਦੋਂ ਖਾਧਾ ਹੈ। ਉਹਦੇ ਨਾਲ ਮਿਲ ਕੇ ਹੀ ਪਤਾ ਲੱਗਾ ਕਿ ਜ਼ੁਲਮ ਤੇ ਜਬਰ ਤੇ ਮਿੱਟੀ ਦੇ ਵਿੱਚ ਹੀ ਘੋਲਿਆ ਜਾਂਦਾ ਹੈ। ਚਮੜੀ ਤੋਂ ਬਾਅਦ ਤਾਂ ਬੰਦਾ ਸਿਰਫ ਉਹੀ ਕਰਦਾ ਜੋ ਉਹਦੇ ਖਮੀਰ 'ਚ ਘੋਲ ਦਿੱਤਾ ਜਾਂਦਾ ਹੈ। ਤਾਂ ਜੇ ਖਮੀਰ ਹੀ ਖਰਾਬ ਹੋਵੇ ਤੇ ਉਹਦੇ 'ਚ ਬੰਦੇ ਦਾ ਕੀ ਕਸੂਰ ਹੈ। ਆਹੀ ਸੋਚ ਕੇ ਮੈਂ ਉਹਨੂੰ ਬੇਕਸੂਰ ਕਰਾਰ ਦੇ ਦਿੰਦੀ ਤਾਂ ਮੇਰੇ ਦਿਲ ਦੀ ਅਦਾਲਤ ਉਹਨੂੰ ਪਹਿਲੀ ਪੇਸ਼ੀ 'ਤੇ ਹੀ ਜ਼ਮਾਨਤ 'ਤੇ ਛੱਡ ਦਿੰਦੀ ਸੀ। ਉਹ ਪਾਣੀ 'ਚ ਸਿੱਟੀ ਗਈ ਅਵਾਰਾ ਬੂੰਦ ਵਾਂਗ ਜੀਣਾ ਚਾਹੁੰਦਾ ਸੀ ਤੇ ਮੈਂ ਉਹਦੀ ਸਾਰੀ ਮੁਹੱਬਤ, ਸਾਰੀ ਤਵੱਜੋ, ਸਾਰੇ ਜਜ਼ਬੇ, ਸਾਰੇ ਹਾਸੇ, ਸਾਰੇ ਗਮ, ਸਾਰੀਆਂ ਉਦਾਸੀਆਂ ਸਿਆਹੀ ਚੂਸ ਵਾਂਗ ਚੂਸ ਲੈਣਾ ਚਾਹੁੰਦੀ ਸੀ। ਬਸ ਆਹੀ ਫਸਾਦ ਸੀ ਸਾਡੇ ਦੋਹਾਂ ਦੀ ਮੁਹੱਬਤ ਦਾ, ਸਾਡੇ ਮਿਲ ਕੇ ਵੀ ਇੱਕ ਨਾ ਹੋਣ ਦਾ। ਹਰ ਦਿਨ ਇੱਕ ਨਵਾਂ ਯੁੱਧ ਖੁੱਲ੍ਹਾ ਹੁੰਦਾ ਸੀ। ਉਹਦੀ ਤਾਂ ਮੇਰੀ ਸੋਚ ਦੇ ਵਿਚਕਾਰ ਉਹ ਇਕੱਲਾ ਹੀ ਉੱਡਣਾ ਚਾਹੁੰਦਾ ਸੀ ਕਿਸੇ ਜਗ੍ਹਾ ਪੜਾਓ ਕਰਦੇ ਅਵਾਰਾ ਪਰਿੰਦੇ ਦੇ ਵਾਂਗ। ਤਾਂ ਮੈਂ ਬਾਹਾਂ 'ਚ ਬਾਹਾਂ ਪਾ ਕੇ ਉਹਦਾ ਸਾਇਆ ਬਣ ਕੇ ਉਹਦੇ ਸਾਹਾਂ ਦੀ ਆਵਾਜ਼ ਸੁਣ ਕੇ ਸਾਹ ਲੈਣਾ ਚਾਹੁੰਦੀ ਸੀ। ਆ ਫਰਕ ਇੱਕ ਵੱਡੇ ਸਹਿਰਾ ਵਾਂਗ ਸਾਡੇ ਦੋਹਾਂ ਦੇ ਬੁੱਲਾਂ ਨੂੰ ਸੁਕਾ ਰਿਹਾ ਸੀ। ਫਰਕ ਸੀ ਤਾਂ ਮਿੱਟੀ 'ਚ ਕੁਲੀ ਸਵਾਕੀ ਦਾ ਜਿਹੜੀ ਉਹਨੂੰ ਮੇਰੇ 'ਤੇ ਤਰਸ ਵੀ ਨਹੀਂ ਖਾਣ ਦਿੰਦੀ ਸੀ। ਕਦੀ ਮੈਨੂੰ ਆਪਣੀ ਮੈਂ ਪਿਆਰੀ ਲੱਗਣ ਲੱਗ ਪੈਂਦੀ ਤਾਂ ਮੈਂ ਹਰ ਸ਼ੈ ਛੱਡ ਕੇ ਹਜ਼ਾਰਾਂ ਆਸਾਂ, ਹਜ਼ਾਰਾਂ ਉਮੀਦਾਂ ਦੇ ਲਸ਼ਕਰ ਨਾਲ ਇਕੱਲੀ ਲੜਨ ਲੱਗ ਪੈਂਦੀ, ਹੱਥ ਵਿੱਚ ਆਪਣੀ ਖੁਦੀ, ਆਪਣੀ ਜ਼ਾਤ ਦੀ ਤਲਵਾਰ ਫੜ ਕੇ। ਪਰ ਫਿਰ ਮੁਹੱਬਤ ਦੂਰ ਕਿਸੇ ਟੀਲੇ ਤੋਂ ਆਵਾਜ਼ ਦਿੰਦੀ ਕਿ ਆਪਣਾ ਆਪ ਮਾਰ ਕੇ ਮੁਹੱਬਤ ਹੁੰਦੀ ਹੈ। ਖੁਦੀ, ਅਨਾ, ਮੈਂ ਮੁਹੱਬਤ ਦੀ ਬਾਜ਼ੀ ਵਾਲਿਆਂ ਵਾਸਤੇ ਨਹੀਂ ਹੁੰਦੇ। ਤਾਂ ਮੈਂ ਕਿਸੇ ਬੀਬੇ ਬੱਚੇ ਵਾਂਗ ਬਗੈਰ ਉਸਤਾਨੀ ਦੇ ਕਹੇ ਨੀਵੀਂ ਪਾ ਕੇ ਉਹਦੇ ਦਰ 'ਤੇ ਫੇਰ ਠੇਡੇ ਖਾਣ ਨੂੰ ਤਿਆਰ ਹੋ ਜਾਂਦੀ। ਉਸ ਕੈਦੀ ਵਾਂਗ ਜਿਹਨੂੰ ਉਮਰ ਕੈਦ ਸੁਣਾ ਕੇ ਕਿਸੇ ਕਮਰੇ 'ਚ ਆਜ਼ਾਦ ਛੱਡ ਦਿੱਤਾ ਜਾਂਦਾ ਤੇ ਨਾ ਉਹ ਆਜ਼ਾਦ ਹੋਵੇ ਤੇ ਨਾ ਕੈਦ।